ਜਿਹੜੀ NCBI ਦੀ ਰਿਪੋਰਟ ਆਈ ਹੈ ਉਹ ਇਹ ਕਹਿ ਰਹੀ ਹੈ ਕਿ देयर इज अ पोटेंशियल रिस्क जो ਹੁਣ ਤੱਕ ਸਾਨੂੰ ਨਹੀਂ ਪਤਾ ਸੀਗਾ ਜੋ ਉਹਨਾਂ ਨੇ ਵੀ ਰਿਸਰਚ ਕੀਤਾ ਮਤਲਬ ਉਹਨਾਂ ਨੇ ਐਨੀਮਲਸ ਉੱਪਰ ਕੁਝ ਨਹੀਂ ਦੇਖਿਆ ਹੈਗਾ ਹਿਊਮਨਸ ਵਿੱਚ ਤਾਂ ਅਸੀਂ ਆਏ ਦਿਨ ਇਨਫੈਕਟ ਤੁਸੀਂ ਵੀ ਮੈਂ ਵੀ ਅਸੀਂ ਸਾਰਿਆਂ ਨੇ ਪੈਰਾਸੀਟਾਮੋਲ ਡਰਗ ਹੀ ਲਿੱਤੀ ਹੈਗੀ ਹੈ ਡਿਊਰਿੰਗ ਪ੍ਰੈਗਨੈਂਸੀ ਐਂਡ ਵੀ ਹੈਵ ਸੀਨ ਤੇ ਸਾਡੇ ਬੱਚੇ ਠੀਕ ਹੈਗੇ ਨੇ ਪਹਿਲੇ 3 ਮਹੀਨੇ ਹੈਗੇ ਉਹਦੇ ਵਿੱਚ ਪੈਰਾਸੀਟਾਮੋਲ ਸੇਫ ਹੁੰਦੀ ਹੈ ਇਹ ਅਸੀਂ ਹੁਣ ਤੱਕ ਦੇਖਦੇ ਆਏ ਹਾਂ ਪੈਰਾਸੀਟਾਮੋਲ ਅਪ ਟਿਲ ਨਾਓ ਹੁਣ ਤੱਕ ਇਹਨੂੰ ਅਸੀਂ ਸੇਫੈਸਟ ਡਰਗ ਸਮਝਦੇ ਆ ਰਹੇ ਹੈਗੇ ਸੀਗੇ ਇਨਫੈਕਟ ਅਸੀਂ ਸਮਝਦੇ ਵੀ ਹਾਂ ਬਿਕੋਜ਼ ਹੁਣੇ ਤਾਂ NCBI ਦੀ ਰਿਪੋਰਟ ਆਈ ਹੈ ਬਟ ਤੁਸੀਂ FDA ਜਿਹੜੀ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਹੈਗੀ ਹੈ ਇਹਦੀ ਅਗਰ ਰਿਪੋਰਟਸ ਅਸੀਂ ਪੜ੍ਹਦੇ ਹਾਂ ਤੇ ਇਹਨਾਂ ਨੇ ਇਹਨੂੰ ਪੈਰਾਸੀਟਾਮੋਲ ਨੂੰ ਕੈਟੇਗਰੀ B ਦੀ ਕੈਟੇਗਰੀ 'ਚ ਪਾਇਆ ਹੈਗਾ ਵਿਚ ਮੀਨਸ ਇਟ ਇਜ਼ ਸੇਫ ਇਨ ਪ੍ਰੈਗਨੈਂਸੀ ਠੀਕ ਹੈ ਤੇ ਇਨਫੈਕਟ ਅਗਰ ਕਿਸੇ ਨੂੰ ਬੁਖਾਰ ਹੈਗਾ ਕਿਸੇ ਨੂੰ ਪੇਨ ਹੈਗੀ ਹੈ ਤਾਂ ਹੁਣ ਤੱਕ ਤਾਂ ਇਹਨੂੰ ਅਸੀਂ ਸੇਫ ਹੀ ਸਮਝਦੇ ਆ ਰਹੇ ਸੀਗੇ ਜਿਹੜੀ NCBI ਦੀ ਰਿਪੋਰਟ ਆਈ ਹੈ ਉਹ ਇਹ ਕਹਿ ਰਹੀ ਹੈ ਕਿ देयर इज अ पोटेंशियल रिस्क ਜੋ ਹੁਣ ਤੱਕ ਸਾਨੂੰ ਨਹੀਂ ਪਤਾ ਸੀਗਾ ਜੋ ਉਹਨਾਂ ਨੇ ਵੀ ਰਿਸਰਚ ਕੀਤਾ ਹੈ ਇੱਕ ਪੋਟੈਂਸ਼ੀਅਲ ਦੀ ਗੱਲ ਕਰ ਰਹੇ ਨੇ ਕਿ ਪੋਟੈਂਸ਼ੀਅਲੀ ਜਦੋਂ ਬੇਬੀ ਬੌਰਨ ਹੋਏ ਤਾਂ ਉਹਨਾਂ 'ਚ ਕੁਝ ਉਹ ਵੀ ਸ਼ਾਇਦ ਕੋਈ ਡਿਫੈਕਟ ਹੋ ਸਕਦਾ ਹੈ ਉਹ ਵੀ ਉਹਨਾਂ ਨੇ ਪਰਸੈਂਟੇਜ ਨਹੀਂ ਦਿੱਤੀ ਕਿ ਕਿੰਨੇ ਪੇਸ਼ੈਂਟਸ ਨੂੰ ਅਸੀਂ ਪੈਰਾਸੀਟਾਮੋਲ ਦਈਏ ਤੇ ਕਿੰਨੇ ਪੇਸ਼ੈਂਟਸ ਉਹਨਾਂ ਨੇ ਡਿਫੈਕਟ ਦੇਖਿਆ ਉਹਨਾਂ ਨੇ ਇਸ ਚੀਜ਼ ਦੀ ਕੋਈ ਸਪਸ਼ਟੀ ਨਹੀਂ ਕੀਤੀ ਹੈਗੀ ਕਿ ਕਿੰਨੇ ਪਰਸੈਂਟ ਇਹ ਚਾਂਸਸ ਹੈਗੇ ਕਿ ਕਿਸੇ ਨੂੰ ਇਹ ਡਿਫੈਕਟ ਆਏ ਤੇ ਇਹ ਜਿਹੜੇ ਡਿਫੈਕਟਸ ਉਹਨਾਂ ਨੇ ਦੇਖੇ ਨੇ ਕਿ ਉਹ ਵਾਕਈ ਪੈਰਾਸੀਟਾਮੋਲ ਦੇ ਕਾਰਨ ਆਇਆ ਕਿ ਕੋਈ ਹੋਰ ਵੀ ਚੀਜ਼ ਉਹਨਾਂ 'ਚ ਸੀਗੀ ਪ੍ਰੈਗਨੈਂਟ ਵਿਮਨ ਵਿੱਚ ਜੋ ਉਹਨਾਂ ਨੇ ਦੇਖਿਆ ਆਲਸੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹਨਾਂ ਨੇ ਪ੍ਰੈਗਨੈਂਟ ਵਿਮਨ ਦੇ ਵਿੱਚ ਇਹ ਰਿਸਰਚ ਕੀਤੀ ਹੈ ਉਹਨਾਂ ਨੇ ਐਨੀਮਲਸ ਉੱਪਰ ਰਿਸਰਚ ਕੀਤੀ ਹੈ ਜੋ ਕਿ FDA ਆਲਰੇਡੀ ਅਪਰੂਵ ਕਰ ਚੁੱਕੀ ਹੈ ਬਹੁਤ ਸਾਲ ਪਹਿਲੇ ਕਿ ਐਨੀਮਲ ਰਿਸਰਚ ਦੇ ਵਿੱਚ देयर वर नो ਸਾਈਡ ਇਫੈਕਟ ਸੀਨ ਇਨ ਪੈਰਾਸੀਟਾਮੋਲ ਠੀਕ ਹੈ ਜੀ ਤੇ ਮਤਲਬ ਉਹਨਾਂ ਨੇ ਐਨੀਮਲਸ ਉੱਪਰ ਕੁਝ ਨਹੀਂ ਦੇਖਿਆ ਹੈਗਾ ਹਿਊਮਨਸ ਵਿੱਚ ਤਾਂ ਅਸੀਂ ਆਏ ਦਿਨ ਇਨਫੈਕਟ ਤੁਸੀਂ ਵੀ ਮੈਂ ਵੀ ਅਸੀਂ ਸਾਰਿਆਂ ਨੇ ਪੈਰਾਸੀਟਾਮੋਲ ਡਰਗ ਹੀ ਲਿੱਤੀ ਹੈਗੀ ਹੈ ਡਿਊਰਿੰਗ ਪ੍ਰੈਗਨੈਂਸੀ ਐਂਡ ਵੀ ਹੈਵ ਸੀਨ ਤੇ ਸਾਡੇ ਬੱਚੇ ਠੀਕ ਹੈਗੇ ਨੇ ਮੈਂ ਇਹ ਨਹੀਂ ਕਹਿ ਰਹੀ ਕਿ ਇਹਨਾਂ ਦੀ ਰਿਸਰਚ ਗਲਤ ਹੈ ਮੈਂ ਕਹਿ ਰਹੀ ਹਾਂ ਕਿ ਉਹਨਾਂ ਨੇ ਖੁਦ ਹੀ ਇਹ ਰਿਸਰਚ ਨੂੰ ਪੂਰਾ ਨਹੀਂ ਕੀਤਾ ਹੁਣ ਤੱਕ ਉਹ ਇਹ ਕਹਿ ਰਹੇ ਨੇ ਕਿ ਇਸ ਦੇ ਉੱਪਰ ਹੋਰ ਰਿਸਰਚ ਦੀ ਲੋੜ ਹੈ ਜੋ ਕਿ ਇੰਪੋਰਟੈਂਟ ਹੈ ਕਿ ਵਾਰੀ-ਵਾਰੀ ਹਰ ਚੀਜ਼ ਉੱਪਰ ਰਿਸਰਚ ਹੁੰਦੀ ਰਹੇ ਇਹ ਬਹੁਤ ਇੰਪੋਰਟੈਂਟ ਹੈ दूसरी गल वो जी कह रहे हैं कि अगर किसी को बुखार है या पेन है या कि ज़रूरत हैगी है तो उहदे च पैरासीटामोल दी सेफ्टी बेटर है बुखार अगर किसी को हो जाता है तो उहदे च ज़्यादा नुकसान है तो बुखार नूं असीं ठीक करन वास्ते पैरासीटामोल ही दिंदे आ हुण तक ये चीज़ की पुष्टि नहीं हैगी बट ये सवाल बहुत अच्छा है इहदा मतलब हुण ये होया कि जदों असीं पैरासीटामोल दिंदे आ ਤਾਂ ਪੇਸ਼ੈਂਟਸ ਨੇ ਖੁਦ ਆਫ ਦਾ ਕਾਊਂਟਰ ਨਹੀਂ ਲੈਣਾ ਹੈਗਾ ਉਹਨਾਂ ਨੂੰ ਪੁੱਛਣਾ ਚਾਹੀਦਾ ਆਪਣੇ ਡਾਕਟਰ ਨੂੰ ਆਪਣੇ ਗਾਇਨੋਕੋਲੋਜਿਸਟ ਨੂੰ ਕਿ ਵਾਕਈ ਪੈਰਾਸੀਟਾਮੋਲ ਦੀ ਜ਼ਰੂਰਤ ਹੈ ਕਿ ਉਹਨੂੰ ਅਵੋਇਡ ਕੀਤਾ ਜਾ ਸਕਦਾ ਹੈ ਇਹ ਬਹੁਤ ਅੱਛੀ ਡਿਬੇਟ NCBI ਨੇ ਸ਼ੁਰੂ ਕੀਤੀ ਹੈ ਠੀਕ ਹੈ ਮੈਮ ਤੁਸੀਂ ਗਾਇਨੋਕੋਲੋਜਿਸਟ ਤੋਂ ਇੱਕ ਗੱਲ ਅਸੀਂ ਹੋਰ ਜਾਣਨਾ ਚਾਹਾਂਗੇ ਕਿ ਕਿਹੜੀ ਦਵਾਈਆਂ ਨੇ ਜਿਹੜੀਆਂ ਪ੍ਰੈਗਨੈਂਸੀ ਦੇ ਵਿੱਚ ਸੇਫ ਨੇ ਜਿਹੜੀਆਂ ਅਸੀਂ ਲੈ ਸਕਦੇ ਦੇਖੋ ਪ੍ਰੈਗਨੈਂਸੀ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਦਵਾਈਆਂ ਨਾ ਦਿੱਤੀ ਜਾਣ ਤਾਂ फस्ट ट्राइमैसटर ਦੇ ਵਿੱਚ ਆ ਕਿ ਪਹਿਲੇ 3 ਮਹੀਨੇ ਹੈਗੇ ਉਹਦੇ 'ਚ ਪੈਰਾਸੀਟਾਮੋਲ ਸੇਫ ਹੁੰਦੀ ਹੈ ਇਹ ਅਸੀਂ ਹੁਣ ਤੱਕ ਦੇਖਦੇ ਆਏ ਹਾਂ ਬਟ ਜਿਹਨੂੰ ਜ਼ਰੂਰਤ ਹੈ ਉਹੀ ਉਹ ਦਵਾਈ ਨੂੰ ਲੈਣ ਬਾਕੀ ਪੈਂਟੋਸਿਡ ਟੈਬਲੇਟ ਕਦੀ ਕਦਾਰ ਲਿੱਤੀ ਜਾ ਸਕਦੀ ਹੈ ਇਟ ਇਜ਼ ਰਿਲੇਟਿਵਲੀ ਸੇਫ ਬਾਕੀ ਅਸੀਂ ਸਿਰਫ ਫੋਲਿਕ ਐਸਿਡ ਹੀ ਦਿੰਦੇ ਹਾਂ ਫਸਟ 3 ਮੰਥਸ ਦੇ ਵਿੱਚ ਜਾਂ ਕੁਝ DHA ਵਾਲੇ ਮਲਟੀਵਾਈਟਾਮਿਨਸ ਐਡ ਕਰਕੇ ਦਿੰਦੇ ਹਾਂ ਅਦਰਵਾਈਜ਼ ਫਸਟ ਟ੍ਰਾਈਮੈਸਟਰ ਵੀ ਅਵੋਇਡ ਕਿ ਕੋਈ ਦਵਾਈ ਨਾ ਲਿੱਤੀ ਜਾਏ बस सप्लीमेंट्स ही लिते जान जिहड़ा दूसरा ट्राइमैसटर हैगा उहदे च कुछ एंटीबायोटिक भी तुसी लै सकदे हो कुछ एंटीबायोटिक्स की सेफ्टी हैगी है पैरासीटामोल ऑफ कोर्स ऐसा हुण तक यही समझते आ रहे हैं कि तीनों ट्राइमैसटर सेफ हैगी है डॉक्सीनेट टैबलेट हैगी है वो फस्ट एंड सैकेंड ट्राइमैसटर दोनों सेफ हैगी है तो उस दे नाल आयरन ते कैल्शियम की गोली जरूरी हैगी है तीसरे मंथ तीसरे ट्राइमैसटर दे विच भी
ਆਇਰਨ ਕੈਲਸ਼ੀਅਮ ਤੇ ਫੋਲਿਕ ਐਸਿਡ ਨੂੰ ਕੰਟੀਨਿਊ ਕਰਨ ਦੀ ਲੋੜ ਹੁੰਦੀ ਹੈ। ਬਾਕੀ ਅਗਰ ਜ਼ਰੂਰਤ ਹੁੰਦੀ ਹੈ ਅਕੋਰਡਿੰਗ ਟੂ ਪੇਸ਼ੈਂਟ, ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਵਜਾਈਨਲ ਇਨਫੈਕਸ਼ਨ ਹੈ, ਕਿਸੇ ਨੂੰ ਬੁਖਾਰ ਹੈ, ਕਿਸੇ ਨੂੰ ਜ਼ੁਕਾਮ ਹੈ, ਤਾਂ ਅਸੀਂ ਕਦੀ ਕਦਾਰ ਸੈਟਰਾਜ਼ਿਨ ਜਾਂ ਐਲੈਗਰਾ ਦੀ ਇੱਕ ਅੱਧੀ ਡੋਜ਼ ਜਾਂ ਕਦੀ ਪੈਰਾਸੀਟਾਮੋਲ ਦੀ ਡੋਜ਼ ਦਿੱਤੀ ਜਾਂਦੀ ਹੈ। ਕਦੀ ਕਦੀ ਪੇਸ਼ੈਂਟ ਨੂੰ ਜ਼ਿਆਦਾ ਐਕਸੈਸਿਵ ਵੋਮਿਟਿੰਗ ਹੁੰਦੀ ਹੈ ਜਾਂ ਉਹਨਾਂ ਨੂੰ ਲੂਜ਼ ਟੂਲਸ ਲੱਗ ਜਾਂਦੇ ਆ ਤਾਂ ਵੀ ਅਵੋਇਡ ਗਿਵਿੰਗ ਐਂਟੀਬਾਇਓਟਿਕਸ, ਪਰ ਉਹਦੇ 'ਚ ਵੀ ਕਈ ਐਂਟੀਬਾਇਓਟਿਕਸ ਹੈ ਜਿਹੜੇ ਸੇਫ ਹੈ। ਬਾਕੀ ਲੈਕਟੋਬੈਸਿਲਾਈ ਕਰਕੇ ਜਿਹੜੀ ਸਪੋਰੋਲੈਕ ਟੈਬਲੇਟ ਹੁੰਦੀ ਹੈਗੀ ਹੈ ਉਹ ਲੈ ਸਕਦੇ ਨੇ। ਯੂਰੀਨਰੀ ਇਨਫੈਕਸ਼ਨ ਹੋ ਗਈ ਤਾਂ ਉਹਦੇ 'ਚ ਐਲਕਾਸਿਪ ਸਿਰਪ ਆਉਂਦਾ ਹੈ, ਉਹ 2-3 ਦਿਨ ਵਾਸਤੇ ਲੈ ਸਕਦੇ ਨੇ। ਤਾਂ ਬਟ ਅਕੋਰਡਿੰਗਲੀ ਸਿੰਪਟਮਸ ਦੇ ਅਕੋਰਡਿੰਗ ਤੁਸੀਂ ਆਪਣਾ ਸੇਫਟੀ ਦੇਖਦੇ ਹੋਏ ਡਾਕਟਰ ਦੀ ਰਜ਼ਾਮੰਦੀ ਨਾਲ ਜਾਂ ਉਹਨਾਂ ਦੀ ਪ੍ਰਿਸਕ੍ਰਿਪਸ਼ਨ ਨਾਲ ਤੁਸੀਂ ਕਾਫੀ ਮੈਡੀਸਿਨਸ ਹੈਗੀਆਂ ਜਿਹੜੀ ਅੱਜ ਕੱਲ੍ਹ ਸੇਫ ਮੰਨੀਆਂ ਜਾਂਦੀਆਂ ਨੇ।